ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਦਿੱਤ ਸਿੰਘ ਜੀ ਦੀ ਰਚਨਾ ਦੁਰਗਾ ਪ੍ਰਬੋਧ ਭਾਗ 24ਵਾਂ। ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਮਾਣ। ਮਾਝ ਮਹਲਾ ਤੀਜਾ। ਰਹਾਉ ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਤ ਸ਼ਾਸਤਰ ਜਿਨ ਉਪਾਇਆ। ਕਾਮ ਕ੍ਰੋਧ ਪਸਰਿਆ ਸੰਸਾਰੇ, ਆਏ ਜਾਏ ਦੁਖ ਪਾਵਣਿਆ। ਪੁਨਾ ਦੂਜੇ ਲੱਗੀ ਫਿਰ ਪਛੁਤਾਣੀ, ਹਲਤ ਪਲਤ ਦੋਵੇਂ ਗਵਾਏ, ਸੁਪਨੇ ਸੁਖ ਨਾ ਪਾਵਣਿਆ। ਇਸ ਸ਼ਬਦ ਤੇ ਪ੍ਰਗਟ ਹੁੰਦਾ ਹੈ ਕਿ ਦੇਵੀ ਦੇਵਤੇ ਅਤੇ ਸਿਮਰਤ ਸ਼ਾਸਤਰ ਆਦਿਕਾਂ ਦਾ ਮੂਲ ਅਗਿਆਨ ਹੈ, ਔਰ ਉਸੇ ਅਗਿਆਨ ਤੇ ਇਹਨਾਂ ਦੀ ਉਤਪਤੀ ਹੋਈ ਹੈ, ਜਿਸ ਤੇ ਕਾਮ ਕ੍ਰੋਧ ਆਦਿਕ ਗੁਣਾਂ ਵਾਲੇ ਹੋਣੇ ਕਰਕੇ ਸੰਸਾਰ ਵਿੱਚ ਬਾਰ-ਬਾਰ ਜਨਮ ਮਰਨ ਨੂੰ ਪ੍ਰਾਪਤ ਹੁੰਦੇ ਹਨ। ਔਰ ਇਹ ਸਾਰਾ ਸੰਸਾਰਕ ਪਸਾਰਾ ਜਿਸ ਵਿੱਚ ਇਹ ਦੇਵੀ ਦੇਵਤੇ ਗਿਣੇ ਜਾਂਦੇ ਹਨ, ਸੋ ਕਾਮ ਕ੍ਰੋਧ ਆਦਿਕ ਦੀ ਹੀ ਲੀਲਾ ਹੈ, ਜਿਸ ਤੇ ਇਹਨਾਂ ਨੂੰ ਸੁਪਨੇ ਵਿੱਚ ਵੀ ਸੁਖ ਨਹੀਂ ਪ੍ਰਾਪਤ ਹੁੰਦਾ। ਇਸ ਵਾਸਤੇ ਜੋ ਉਸ ਅਕਾਲ ਪੁਰਖ ਦਾ ਤਿਆਗਨ ਕਰਕੇ ਦੂਸਰੇ ਦੇਵੀ ਦੇਵ ਆਦਿਕ ਦੇ ਆਰਾਧਨ ਵਿੱਚ ਲੱਗ ਜਾਂਦਾ ਹੈ, ਸੋ ਆਪਣੇ ਲੋਕ ਪ੍ਰਲੋਕ ਨੂੰ ਗਵਾ ਕੇ ਪਛਤਾਉਂਦਾ ਹੈ ਅਤੇ ਉਸ ਨੂੰ ਸੁਪਨੇ ਵਿੱਚ ਵੀ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਤੇ ਸਿੱਧ ਹੁੰਦਾ ਹੈ ਕਿ ਦੇਵੀ ਦੇਵਤਿਆਂ ਦਾ ਆਰਾਧਨ ਲੋਕ ਪ੍ਰਲੋਕ ਵਿੱਚ ਦੁੱਖ ਦਾ ਸਬੱਬ ਹੈ। ਸ਼ਲੋਕ ਮਹਲਾ ਪਹਿਲਾ। ਨਾ ਦੇਵ ਦਾਨਵਾ ਨਰਾ, ਨਾ ਸਿੱਧ ਸਾਧਕਾਂ ਧਰਾਂ, ਅਸਤ ਏਕ ਦਿਗਰ ਕੋਈ, ਏਕ ਤੁਈ ਏਕ ਤੁਈ। ਇਸ ਸ਼ਲੋਕ ਦਾ ਭਾਵ ਵੀ ਇਹੋ ਹੈ ਕਿ ਹੇ ਪ੍ਰਮਾਤਮਾ, ਤੇਰੇ ਬਿਨਾਂ ਹੋਰ ਕੋਈ ਦੇਵੀ ਦੇਵਤਾ ਜਾਂ ਸਿੱਧ ਸਾਧਕ ਅਤੇ ਮਨੁੱਖ ਆਦਿਕ ਪੂਜਣ ਦੇ ਯੋਗ ਨਹੀਂ ਹੈ, ਕਿੰਤੂ ਕੇਵਲ ਇੱਕ ਆਪ ਹੀ ਹੋ। ਪੁਨ੍ਹਾ ਰਹਾਉ ਅੰਧੇ ਅਕਲੀ ਬਾਹਰੇ, ਕਿਆ ਤਿਨ ਸਿਓ ਕਹੀਐ, ਬਿਨ ਗੁਰ ਪੰਥ ਨਾ ਸੁਝਈ, ਕੇਤ ਬਿਦ ਨਿਰਬਹੀਐ। ਖੋਟੇ ਕੋ ਖਰਾ ਕਹੈ, ਖਰੇ ਸਾਰ ਨਾ ਜਾਣੈ, ਅੰਧੇ ਕਾ ਨਾਉ ਪਾਰਖੂ, ਕਲੀ ਕਾਲ ਵਿਡਾਣੈ। ਸੂਤੇ ਕਉ ਜਾਗਤ ਕਹੈ, ਜਾਗਤ ਕਉ ਸੂਤਾ, ਜੀਵਤ ਕਉ ਮੂਆ ਕਹੇ, ਮੂਏ ਨਹੀਂ ਰੋਤਾ। आवत को जाता कहे, जाते को आया, पर की को अपनी कहे, अपनों नहीं पाया। मीठे को कौड़ा कहे, कौड़े को मीठा, राते की निंदा करे, जैसा कमलै मीठा। चेरी की सेवा करे, ठाकुर नहीं दीसै, पोपुर नीर विरोलियै, माखन नहीं रीसै। ਇਸ ਰਹਾਉ ਵਿੱਚ ਇਹਨਾਂ ਸੰਸਾਰਕ ਜੀਵਾਂ ਦੀ ਬੁੱਧ ਦੀ ਉਪਾਰਜਤਾ ਦੱਸ ਕੇ ਇਹ ਕਥਨ ਕੀਤਾ ਹੈ ਕਿ ਜੋ ਪੁਰਖ ਪਰਮਾਤਮਾ ਨੂੰ ਤਿਆਗ ਕੇ ਉਸ ਦੀ ਚੇਰੀ ਅਰਥਾਤ ਸ਼ਕਤੀ ਜਾਂ ਮਹਾਮਾਇਆ, ਜਿਸ ਨੂੰ ਦੇਵੀ ਵੀ ਆਖਦੇ ਹਨ, ਪੂਜਾ ਕਰਦਾ ਹੈ, ਸੋ ਪਾਣੀ ਵਿੱਚੋਂ ਰਿੜਕ ਕੇ ਦੁੱਧ ਦੀ ਰੀਸ ਮੱਖਣ ਕੱਢਦਾ ਹੈ। ਜਿਸ ਪ੍ਰਕਾਰ ਪਾਣੀ ਵਿੱਚੋਂ ਮੱਖਣ ਨਹੀਂ ਨਿਕਲਦਾ, ਇਸੇ ਤਰ੍ਹਾਂ ਅਕਾਲ ਪੁਰਖ ਦੇ ਭਿੰਨ ਦੇਵੀ ਦੇ ਆਰਾਧਨ ਤੇ ਕੋਈ ਫਲ ਸਿੱਧ ਨਹੀਂ ਹੁੰਦਾ। ਪੁਨ੍ਹਾ ਅਨਕ ਦੇਵੀ ਜਾਕੋ ਸੇਵੈ, ਲక్ష్ਮੀ ਅਨਕ ਭਾਂਤੇ। ਇਸ ਦਾ ਤਾਤਪਰਜ ਇਹੋ ਹੈ ਕਿ ਅਨੇਕਾਂ ਦੇਵੀਆਂ ਜਿਸ ਪਰਮਾਤਮਾ ਦੇ ਦਰਵਾਜ਼ੇ ਦਾ ਸੇਵਨ ਕਰ ਰਹੀਆਂ ਹਨ ਜਾਂ ਜਿਸ ਦਾ ਸਿਮਰਨ ਕਰ ਰਹੀਆਂ ਹਨ, ਅਤੇ ਲక్ష్ਮੀ ਅਰਥਾਤ ਉਹ ਦੇਵੀਆਂ ਕਈ ਪ੍ਰਕਾਰਾਂ ਨਾਲ ਜਿਸ ਦੇ ਮਹਾਨ ਸਰੂਪ ਨੂੰ ਆਰਾਧਨ ਕਰ ਰਹੀਆਂ ਹਨ, ਸੋਈ ਪਰਮਾਤਮਾ ਸਭ ਦੇ ਆਰਾਧਨ ਯੋਗ ਹੈ, ਜਿਸ ਦੇ ਬਿਨਾਂ ਹੋਰ ਕੋਈ ਨਹੀਂ ਹੈ।
ਜੋ ਪੂਜਣ ਦੇ ਯੋਗ ਹੋਵੇ। ਰਾਗ ਗੌੜੀ ਬੈਰਾਗਨ ਕਬੀਰ ਜੀ। ਦੇਵੀ ਦੇਵਾ ਪੂਜੈ ਡੋਲੈ ਪਾਰ ਬ੍ਰਹਮ ਨਹੀਂ ਜਾਨਾ, ਕਹਿਤ ਕਬੀਰ ਅਕੁਲ ਨਹੀਂ ਚੇਤਿਆ ਵਿਖਿਆ ਸਿਉ ਲਪਟਾਨਾ। ਇਸ ਦਾ ਭਾਵ ਇਹ ਹੈ ਕਿ ਜੋ ਲੋਕ ਦੇਵੀ ਜਾਂ ਦੇਵਤਿਆਂ ਦਾ ਪੂਜਨ ਕਰਦੇ ਹਨ ਸੋ ਭਟਕਦੇ ਫਿਰਦੇ ਹਨ। ਪੁਨः ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗਾ ਜੀਓ ਦੇਹੀ, ਐਸੇ ਪਿਤਰ ਤੁਮਾਰੇ ਕਹੀਐ ਆਪਨ ਕਹਿਆ ਨਾ ਲੇਹੀ। ਅਰਥਾਤ हे ਸੰਸਾਰ ਦੇ ਅਗਿਆਨੀ ਜੀਵੋ, ਤੁਸੀਂ ਜੋ ਮਿੱਟੀ ਦੇ ਦੇਵੀ ਦੇਵਤੇ ਬਣਾ ਕੇ ਪੂਜਦੇ ਹੋ ਔਰ ਉਹਨਾਂ ਦੇ ਅੱਗੇ ਬਲੀਦਾਨ ਦਿੰਦੇ ਹੋ ਸੋ ਭੁੱਲ ਕਰਦੇ ਹੋ, ਕਿਉਂਕਿ ਉਸ ਅਕਾਲ ਪੁਰਖ ਦੇ ਆਰਾਧਨ ਨੂੰ ਤਿਆਗ ਕੇ ਤੁਸੀਂ ਐਸੇ ਆਪਣੇ ਪਿਤਰਾਂ ਆਦਿਕ ਦੀ ਭੇਟਾ ਕਰਦੇ ਹੋ ਜੋ ਆਪ ਕੁਝ ਵੀ ਨਹੀਂ ਮੰਗ ਕਰਦੇ, ਜਿਸ ਦਾ ਭਾਵ ਇਹ ਹੈ ਕਿ ਦੇਵੀ ਦੇਵਤਿਆਂ ਦੇ ਮੰਦਰਾਂ ਪਰ ਉਹਨਾਂ ਦੀਆਂ ਮੂਰਤੀਆਂ ਸਾਹਮਣੇ ਜੋ ਬਲੀਦਾਨ ਦਿੰਦਾ ਹੈ ਜਾਂ ਦੇਣਾ ਹੈ ਸੋ ਇੱਕ ਭਰਮ ਦਾ ਨਿਸ਼ਾਨ ਹੈ। ਭੈਰੋਂ ਕਬੀਰ ਜੀਓ। ਕੋਟ ਸੂਰ ਜਾ ਕੈ ਪ੍ਰਗਾਸਾ, ਕੋਟ ਮਹਾਦੇਵ ਅਰ ਕਵਲਾਸਾ। ਦੁਰਗਾ ਕੋਟ ਜਾ ਕੈ ਮਰਦਨ ਕਰੈ, ਬ੍ਰਹਮਾ ਕੋਟ ਵੇਦ ਉਚਰੈ। ਜਉ ਜਾਚਉ ਤਉ ਕੇਵਲ ਰਾਮ, ਆਨ ਦੇਵ ਮੋ ਨਾਹੀ ਕਾਮ। ਅਰਥਾਤ ਜਿਸ ਪਰਮਾਤਮਾ ਦਾ ਕਰੋੜਾਂ ਸੂਰਜਾਂ ਜੈਸਾ ਪ੍ਰਕਾਸ਼ ਹੈ, ਅਜਿਹੇ ਕਈ ਸੂਰਜ ਜਿਸ ਦੀ ਜੋਤ ਵਿੱਚ ਬਿਰਾਜਮਾਨ ਹੋ ਰਹੇ ਹਨ, ਇਸੀ ਪ੍ਰਕਾਰ ਸ਼ਿਵ ਅਤੇ ਬ੍ਰਹਮਾ ਜਿਸ ਦੇ ਚਰਨਾਂ ਵਿੱਚ ਨਿਵਾਸ ਕਰਦੇ ਹਨ, ਇਸੀ ਪ੍ਰਕਾਰ ਕਈ ਕਰੋੜ ਦੁਰਗਾ ਜਿਸ ਦੇ ਚਰਨ ਮਰਦਨ ਕਰ ਰਹੀ ਹੈ। ਫਿਰ ਜਿਸ ਪਰਮਾਤਮਾ ਦੇ ਯਸ਼ ਦਾ ਕਰੋੜਾਂ ਹੀ ਬ੍ਰਹਮੇ ਵੇਦਾਂ ਦੁਆਰੇ ਉਚਾਰਨ ਕਰ ਰਹੇ ਹਨ, ਪਰੰਤੂ ਉਹ ਮਹਾਨ ਸ਼ਕਤੀਮਾਨ ਇਹਨਾਂ ਨੂੰ ਇੱਕ ਤੁੱਛ ਮਾਤਰ ਵੀ ਜੀਵ ਜਾਣ ਕੇ ਆਪਣੇ ਉਸ ਸੱਚੇ ਪ੍ਰਤਾਪ ਤੇ ਪ੍ਰਤਾਪਵਾਨ ਕਰ ਰਿਹਾ ਹੈ। ਇਸ ਲਈ ਮੈਂ ਜੇ ਚਾਹੁੰਦਾ ਹਾਂ ਤਾਂ ਉਸੇ ਦਾ ਨਾਮ ਚਾਹੁੰਦਾ ਹਾਂ, ਨਹੀਂ ਉਸ ਦੇ ਬਿਨਾਂ ਕਿਸੇ ਹੋਰ ਦੇਵੀ ਜਾਂ ਦੇਵਤੇ ਨਾਲ ਮੇਰਾ ਕੋਈ ਕੰਮ ਨਹੀਂ ਹੈ। ਇਸ ਤੇ ਸਿੱਧ ਹੁੰਦਾ ਹੈ ਕਿ ਆਰਾਧਨ ਦੇ ਯੋਗ ਇੱਕ ਅਕਾਲ ਪੁਰਖ ਹੀ ਹੈ, ਉਸ ਤੇ ਭਿੰਨ ਕੋਈ ਦੇਵੀ ਦੇਵਤਾ ਪੂਜਣ ਦੇ ਯੋਗ ਨਹੀਂ ਹੈ। ਗੌਂਡ ਨਾਮਦੇਵ। ਭੈਰੋਂ ਭੂਤ ਸੀਤਲਾ ਧਾਵੈ, ਖਰ ਬਾਹਨ ਉਹ ਛਾਰ ਉਡਾਵੈ। ਹਉ ਤੋਂ ਏਕ ਰਮਈਆ ਲੈਹੋਂ, ਆਨ ਦੇਵ ਬਦਲਾਵਨ ਦੈਹੋਂ। शिव करते जो नर ध्यावै, बर्द चढ़ै डौरू डमकावै। महामाई की पूजा करै, नर सै नार होए अवतरै। तू कहियत ही आद भवानी, मुक्त की बरिया कहाँ छिपानी। गोर मत राम नाम गौ मीता, प्रणवै नामा इਉਂ ਕਹੈ ਗੀਤਾ। ਇਸ ਸ਼ਬਦ ਵਿੱਚ ਨਾਮਦੇਵ ਜੀ ਨੇ ਵੱਡੇ ਜ਼ੋਰ ਨਾਲ ਅਕਾਲ ਪੁਰਖ ਦੇ ਪੂਜਣ ਤੇ ਛੁੱਟ ਦੇਵੀ ਦੇਵਤਿਆਂ ਦਾ ਖੰਡਨ ਕੀਤਾ ਔਰ ਇਹ ਕਥਨ ਕੀਤਾ ਹੈ ਕਿ ਜੋ ਲੋਕ ਭੈਰੋਂ ਭੂਤ ਅਤੇ ਸੀਤਲਾ ਆਦਿ ਦਾ ਸੇਵਨ ਕਰਦੇ ਹਨ ਉਹ ਗਧੇ ਦੀ ਜੂਨ ਪਾ ਕੇ ਖੇਡ ਆਉਂਦੇ ਫਿਰਨਗੇ। ਇਸ ਵਾਸਤੇ ਮੈਂ ਤਾਂ ਇੱਕ ਅਕਾਲ ਪੁਰਖ ਦਾ ਹੀ ਆਰਾਧਨ ਕਰਦਾ ਹਾਂ, ਉਸ ਤੇ ਛੁੱਟ ਕਿਸੇ ਹੋਰ ਦੇਵਤੇ ਦਾ ਪੂਜਣ ਨਹੀਂ ਚਾਹੁੰਦਾ। ਜੋ ਲੋਕ ਸ਼ਿਵ ਦੇ ਧਿਆਨ ਵਿੱਚ ਲੱਗ ਕੇ ਆਪਣੇ ਦੇਵਤਾ ਦੀ ਮੂਰਤੀ ਨੂੰ ਪ੍ਰਾਪਤ ਹੋਣਗੇ, ਉਹਨਾਂ ਨੂੰ ਇਸ ਦਾ ਫਲ ਇਹ ਮਿਲੇਗਾ ਜੋ ਵੀ ਆਪਣੇ ਦੇਵਤੇ ਵਾਂਗ ਬੈਲ ਪਰ ਚੜ੍ਹ ਕੇ ਡੌਰੂ ਵਜਾਉਣਗੇ। ਫਿਰ ਜੋ ਮਹਾਮਾਈ ਅਰਥਾਤ ਦੁਰਗਾ ਦੇ ਉਪਾਸਕ ਹੋ ਕੇ ਉਸ ਦੀ ਪੂਜਾ ਕਰਨਗੇ ਜਾਂ ਕਰਦੇ ਹਨ, ਸੋ ਅਨੰਨਯ ਭਗਤੀ ਦੇ ਕਰਨੇ ਤੇ ਇਸਤਰੀ ਦੇ ਜਨਮ ਨੂੰ ਪ੍ਰਾਪਤ ਹੋਣਗੇ। ਅਤੇ ਦੇਵੀ ਜਿਸ ਨੂੰ ਆਦਿ ਭਵਾਨੀ ਆਖਦੇ ਹਨ, ਕੋਈ ਵਸਤੂ ਹੈ ਤਾਂ ਉਹ ਮੁਕਤੀ ਕਾਲ ਵਿੱਚ ਅਰਥਾਤ ਗਿਆਨ ਸਮੇਂ ਕਿੱਥੇ ਛਿਪ ਜਾਂਦੀ ਹੈ। ਅਰਥਾਤ ਇਹ ਅਗਿਆਨ ਵਿੱਚ ਹੀ ਦੇਵੀ ਦਾ ਜਾਂ ਭਵਾਨੀ ਆਦਿਕ ਅਗਿਆਨੀਆਂ ਦੀ ਦ੍ਰਿਸ਼ਟੀ ਵਿੱਚ ਪ੍ਰਤੀਤ ਹੁੰਦੀਆਂ ਹਨ, ਪਰੰਤੂ ਜਦ ਗਿਆਨ ਦੁਆਰੇ ਪੁਰਖ ਮੁਕਤ ਨੂੰ ਪ੍ਰਾਪਤ ਹੋ ਜਾਂਦਾ ਹੈ ਤਦ ਇਹ ਸਭ ਭਰਮ ਉੱਠ ਜਾਂਦੇ ਹਨ। ਇਸ ਵਾਸਤੇ ਨਾਮਦੇਵ ਜੀ ਆਖਦੇ ਹਨ
ਕਿ ਜੇ ਕੋਈ ਮਤ ਵਸਤੂ ਹੋਵੇ ਤਾਂ ਮੁਕਤੀ ਕਾਲ ਵਿੱਚ ਵੀ ਰਹੇ। ਇਸ ਵਾਸਤੇ ਮਹਾਤਮਾ ਪੁਰਖਾਂ ਦੇ 7 ਉਪਦੇਸ਼ ਤੇ ਆਪਣੀ ਬੁੱਧ ਨੂੰ ਸ਼ੁੱਧ ਕਰਕੇ ਅਕਾਲ ਪੁਰਖ ਦੇ ਵਿੱਚ ਲਗਾਉਣਾ ਹੀ ਉੱਤਮ ਹੈ। ਜਿਸ ਤੇ ਨਾਮਦੇਵ ਜੀ ਨੇ ਸਾਬਤ ਕਰ ਦਿੱਤਾ ਹੈ ਕਿ ਜੋ ਲੋਕ ਦੇਵੀ ਦਾ ਆਰਾਧਨ ਕਰਦੇ ਹਨ ਜਾਂ ਕਰਨਗੇ, ਉਹ ਜਹਾਂ ਆਸਾ ਤਹਾਂ ਬਾਸਾ ਦੇ ਅਨੁਸਾਰ ਇਸਤਰੀਆਂ ਦੇ ਜਨਮ ਨੂੰ ਪ੍ਰਾਪਤ ਹੋਣਗੇ। ਅਰ ਸਾਥ ਹੀ ਇਹ ਵੀ ਕਥਨ ਕੀਤਾ ਹੈ ਕਿ ਦੇਵੀ ਇੱਕ ਅਗਿਆਨ ਕਾਲ ਵਿੱਚ ਅਗਿਆਨੀ ਜੀਵਾਂ ਦੀ ਕਲਪਨਾ ਹੈ। ਪ੍ਰਭਾਤੀ ਮਹਲਾ ਪਹਿਲਾ। ਜੈ ਕਾਰਨ ਵੇਦ ਬ੍ਰਹਮੈ ਉਚਰੇ, ਸ਼ੰਕਰ ਛੋਡੀ ਮਾਇਆ, ਜੈ ਕਾਰਨ ਸਿੱਧ ਭਏ ਉਦਾਸੀ, ਦੇਵੀ ਮਰਮ ਨਾ ਪਾਇਆ। ਇਸ ਦਾ ਭਾਵ ਇਹ ਹੈ ਕਿ ਜਿਸ ਪਰਮਾਤਮਾ ਦੇ ਗਿਆਨ ਵਾਸਤੇ ਬ੍ਰਹਮਾ ਨੇ ਵੇਦਾਂ ਦਾ ਉਚਾਰਨ ਕੀਤਾ ਔਰ ਜਿਸ ਦੇ ਜਾਣਨੇ ਲਈ ਸ਼ਿਵ ਨੇ ਮਾਇਆ ਦਾ ਤਿਆਗ ਕਰਕੇ ਅਰਥਾਤ ਸੰਪੂਰਨ ਸੁਖ ਸੰਪਤੀ ਨੂੰ ਛੱਡ ਕੇ ਅੱਕ ਅਤੇ ਧਤੂਰੇ ਆਦਿਕ ਦੇ ਪੱਤੇ ਖਾ ਕੇ ਉਸ ਦਾ ਧਿਆਨ ਲਗਾਉਣਾ ਚੰਗਾ ਜਾਤਾ। ਇਸੀ ਪ੍ਰਕਾਰ ਜਿਸ ਦੇ ਦੇਖਣੇ ਲਈ ਵੱਡੇ ਵੱਡੇ ਸਿੱਧ ਲੋਕ ਸੰਸਾਰਿਕ ਸੁਖਾਂ ਤੇ ਉਦਾਸ ਹੋ ਕੇ ਅੰਤਰਮੁਖੀ ਬਿਰਤੀ ਨਾਲ ਉਸ ਦਾ ਆਰਾਧਨ ਕਰਦੇ ਹਨ, ਉਹਨਾਂ ਨੇ ਵੀ ਉਸ ਮਹਾਨ ਸਰੂਪ ਦਾ ਅੰਤ ਨਹੀਂ ਪਾਇਆ। ਇਸੀ ਤਰ੍ਹਾਂ ਲੋਕ ਸ਼ਾਕਤ ਸਭ ਦੇਵਤਿਆਂ ਨਾਲੋਂ ਸ਼ਕਤੀ ਅਰਥਾਤ ਦੇਵੀ ਦੀ ਹੀ ਉਪਾਸਨਾ ਤੇ ਮੁਕਤੀ ਮੰਨਦੇ ਹਨ ਔਰ ਉਸ ਨੂੰ ਅਕਾਲ ਦੀ ਸ਼ਕਤੀ ਜਾਣ ਕੇ ਪੂਜਦੇ ਹਨ, ਕਿੰਤੂ ਉਸ ਦੇਵੀ ਨੇ ਵੀ ਉਸ ਪਰਮਾਤਮਾ ਦਾ ਭੇਦ ਨਹੀਂ ਜਾਤਾ। ਅਰਥਾਤ शिव जैसे तपस्या और सिद्धा जैसे उदासियां अते देवी जैसी शक्तियां ने भी परमात्मा का भेद नहीं पछाता। जिस ते सिद्ध होया कि उन्हां दा किसी प्रकार दे फल की इच्छा रख के पूजन करना निरा अज्ञानता का मूल है। जप जी साहिब धर्म खंड का एहो धर्म ज्ञान खंड का आखो कर्म केते पवन पानी बैसंतर केते कहन महेश केते ब्रह्मे घाड़त घड़ियां रूप रंग के वेश केतियां कर्म भूमि मेर केते केते धूप देश केते इंद चंद शूर केते केते मंडल देश केते सिद्ध बुद्ध नाथ केते केते देवी वेश केते देव दानव मुन केते केते रत्न समुंद केतियां खाणी केतिया बाणी केते पात नरेंद केतिया सुरती सेवक केते नानक अंत न अंत। इस पौड़ी विच गुरु जी महाराज ने परमात्मा दे ज्ञान वाले हिस्से का वर्णन करके कथन किया है कि उस परमात्मा विच पवन पानी अते अग्नि आदि पंजे तत्त कई प्रकार नाल ब्रह्मंड की रचना नूं लै के विराजमान हो रहे हैं। इसे तरह उस विच अनेकां कृष्ण शिव अते ब्रह्मा आदि प्राणी सुंदर रूप अते रंगां समेत प्रतीत होंदे हैं। इसी प्रकार कर्मकांड के स्थान अर पृथ्वी अते पर्वत उस दी रचना विच कई कोट विराज रहे हैं। फिर ध्रुव आदि तारागण अते चंद सूरज आदिक ज्योतियां उस दे महान ज्योति स्वरूप विच चमक रहीआं हन। इसे तरह कोटान कोट सिद्ध बुद्धिमान अते कई प्रकार दी देवियां दे स्वरूप अते दानवां दे आकार आपो अपना भाव दिखा रहे हैं। जिस ते कई रत्ना वाले समुंदर अते चारे खाणियां दे चरा अचर जीव अते प्रतशहत राजियां समेत सुभाएमान हो रहे हैं, जिन्हां दी गिणती का कोई अंत नहीं पा सकता। परंतु ये सब वस्तुआं जिन्हां दे ज्ञान विच पुरख दी तुच्छ बुद्धि चक्कर खा जाती है, सो ये सब उसके महान ज्ञान के अंदर आपो अपनी प्रभा नूं दिखा रहे हैं, जिस ते वो अकाल पुरख सब ते महान ज्ञाता होने करके सर्वज्ञ कथन किया जाता है। गुरु जी दे इस वाक ते भी सिद्ध हुंदा है
ਕਿ ਉਸ ਮਹਾਨ ਗਿਆਨ ਸਰੂਪ ਦੇ ਅੱਗੇ ਦੇਵੀ ਦੇਵਤੇ ਆਦਿਕ ਕੁਝ ਵੀ ਵਸਤੂ ਨਹੀਂ ਹਨ, ਅਰਥਾਤ ਇੱਕ ਤੁੱਛ ਗਿਆਨ ਵਾਲੇ ਪ੍ਰਤੰਤ ਜੀਵ ਹਨ। ਜਦ ਦਸਮ ਅਤੇ ਆਦਿ ਗੁਰੂ ਦੀ ਬਾਣੀ, ਜਿਸ ਦੇ ਵਿੱਚ ਹੋਰ ਪਾਤਸ਼ਾਹੀਆਂ ਦਾ ਵੀ ਅਧਿਆਇਹਾਰ ਹੈ, ਸਾਨੂੰ ਪੁਕਾਰ ਕੇ ਦੱਸ ਰਹੀ ਹੈ ਕਿ ਅਕਾਲ ਪੁਰਖ ਦੇ ਸਮਾਨ ਜਾਂ ਉਸ ਦੇ ਅਧਿਕ ਕੋਈ ਜੀਵ ਨਹੀਂ ਹੈ ਜੋ ਪੁਰਖ ਦੇ ਪੂਜਣ ਯੋਗ ਹੋਵੇ। ਫਿਰ ਅਜਿਹੇ ਮਹਾਨ ਸ਼ਕਤੀਮਾਨ ਪਰਮਾਤਮਾ ਨੂੰ ਛੱਡ ਕੇ ਗੁਰੂ ਮਹਾਰਾਜ ਨੂੰ ਕਿਸੇ ਦੇਵੀ ਦੇਵਤੇ ਦੇ ਆਰਾਧਨ ਵਾਲੇ ਦੱਸਣਾ ਇੱਕ ਵੱਡਾ ਭਾਰੀ ਅਨਰਥ ਦਾ ਕਾਰਨ ਜਾਂ ਕਰਨਾ ਹੈ। ਸਿਰਲੇਖ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਤੇ ਛੁੱਟ ਦੂਜੇ ਦੀ ਉਪਾਸਨਾ ਦਾ ਨਿਖੇਧ। ਦੋਹਰਾ। ਹੁਣ ਮੈਂ ਦੱਸਾਂ ਤੁਧ ਨੂੰ ਗੁਰੂ ਗ੍ਰੰਥ ਮਹਾਰਾਜ ਇੱਕ ਅਕਾਲ ਸੇਵਨ ਕਹੈ, ਸਿੱਧ ਕਰਨ ਹਿਤਕਾਜ, ਜਿਨ ਪਰ ਸ਼ਰਧਾ ਕਰਨ ਤੇ ਪਾਵਤ ਮੋਖ ਦੁਆਰ, ਤਾਂਤੇ ਤਿਨਕਾ ਮਨ ਨਾ ਹੈ ਸਭ ਕੋ ਅਧਿਕਾਰ। ਯਥਾ ਸ਼੍ਰੀ ਰਾਗ ਮਹਲਾ ਪੰਜਵਾਂ। ਮੇਰੇ ਮਨ ਏਕਸ ਸਿਉ ਚਿਤ ਲਾਏ, ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ। ਪੁਨः ਸੁਖ ਦਾਤਾ ਭੈ ਭੰਜਨੋ, ਤਿਸ ਆਗੈ ਕਰ ਅਰਦਾਸ, ਮਿਹਰ ਕਰੇ ਜਿਨ ਮਿਹਰਵਾਨ, ਤਾਂ ਕਾਰਜ ਆਵੈ ਰਾਸ। ਪੁਨः ਕਰੇ ਕਰਾਏ ਆਪ ਪ੍ਰਭ, ਸਭ ਕਿਛ ਤਿਸ ਹੀ ਹਾਥ, ਮਾਰ ਆਪ ਜੀ ਵਾਲਦਾ ਅੰਤਰ ਬਾਹਰ ਸਾਥ। ਗੌੜੀ। ਹਰ ਇੱਕੋ ਕਰਤਾ ਇੱਕ, ਇੱਕੋ ਦੀ ਬਾਣ ਹਰ, ਹਰ ਇੱਕ ਸੈ ਦਾ ਹੈ ਅਮਰ, ਇੱਕੋ ਹਰ ਚਿਤ ਧਰ। ਹਰ ਤਿਸ ਬਿਨ ਕੋਈ ਨਾ, ਡਰ ਭ੍ਰਮ ਭਉ ਦੂਰ ਕਰ, ਹਰ ਤਿਸੈ ਨੋ ਸਲਾਹ, ਜੋ ਤੁਧ ਰੱਖੈ ਬਾਹਰ ਘਰ। ਆਸਾ ਮਹਲਾ ਚੌਥਾ। ਤੂੰ ਆਪੇ ਕਰਤਾ, ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਮਾਝ ਮਹਲਾ ਪੰਜਵਾਂ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕਿਹਾ ਕਾੜਾ ਜੀ। ਆਸਾ ਮਹਲਾ ਪਹਿਲਾ। ਵੇਦ ਕਤੇਬ ਸੰਸਾਰ, ਹਬਾਹੂ ਬਾਹਰਾ, ਨਾਨਕ ਕਾ ਪਾਤਸ਼ਾਹ ਜਿਸੈ ਜਾਹਰਾ। ਆਸਾ ਮਹਲਾ ਪੰਜਵਾਂ। ਹੱਬੇ ਥੋਕ ਵਿਸਾਰ, ਹਿੱਕੋ ਖਿਆਲ ਕਰ, ਝੂਠਾ ਲਾ ਮਾਨ, ਮਨ ਤਨ ਅਰਪ ਧਰ। ਆਸਾ ਕਾਫੀ ਮਹਲਾ ਪਹਿਲਾ। ਚਾਰੇ ਕੁੰਡਾਂ ਢੂੰਡੀਆਂ ਕੋ, ਚਾਰੇ ਕੁੰਡਾਂ ਢੂੰਡੀਆਂ ਕੋ ਨੀਮੀ ਮੈਂਡਾ, ਜੇ ਤੁਧ ਭਾਵੈ ਸਾਹਿਬਾ ਮੈਂ ਹਉ ਤੈਂਡਾ। ਪੁਨः ਦਰਬੀਬਾ ਮੈਂ ਨੀਮ ਕੋ ਕਹਿ ਕਰੀ ਲਾਮ, ਹਿੱਕੋ ਮੇਂਡਾ ਤੂੰ ਧਨੀ ਸਾਚਾ ਮੁਖ ਨਾਮ। ਪੁਨः ਸਦਾ ਸਦਾ ਸਾਲਾਹੀਐ, ਸੱਚੇ ਕਉ ਬਲ ਜਾਉ, ਨਾਨਕ ਏਕ ਛੱਡ ਦੂਜੇ ਲੱਗੈ, ਸਾ ਜਿਹਵਾ ਜਲ ਜਾਉ। ਸੋਰਠ ਮਹਲਾ ਪਹਿਲਾ। ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਕਰ ਜਾਵਾਂ, ਤ੍ਰਿਸ਼ਨਾ ਨਾਮ ਬੁਝਾਈ। ਰਾਗ ਗੂਜਰੀ। ਸ਼ਲੋਕ ਮਹਲਾ ਤੀਜਾ। ਸਦਾ ਸਦਾ ਸੋ ਸੇਵੀਐ, ਜੋ ਸਭ ਮੈਂ ਰਹਾ ਸਮਾਏ, ਅਵਰ ਦੂਜਾ ਕਿਉ ਸੇਵੀਐ, ਜੰਮੈ ਤੇ ਮਰ ਜਾਏ। ਗੌੜੀ। ਅਸ਼ਟਪਦੀ ਮਹਲਾ ਪਹਿਲਾ। ਗੁਰ ਕਹਿਆ ਅਵਰ ਨਹੀਂ ਦੂਜਾ, ਕਉ ਦੇਖ ਕਰੋ ਅਨ ਪੂਜਾ। ਮਾਰੂ ਸੋਲਹੇ, ਮਾਰੂ ਸੋਹਲੇ ਮਹਲਾ ਤੀਜਾ।
हर नाम चेता अवर न पूजा, एको सेवी अवर ना दूजा। हर नाम चेता अवर ना पूजा, एको सेवी अवर ना दूजा। पुनः एको सेवी सदा थिर साचा, दूजा लगा सब जग काचा। गौड़ी कबीर जी। रे जी निलाज लाज तो नाही, हर तज कत काहू के जाही। श्री गुरु ग्रंथ ਸਾਹਿਬ ਜੀ ਦੇ ਇਹਨਾਂ ਸਾਰੇ ਪ੍ਰਮਾਣਾਂ ਤੇ ਅੱਛੀ ਤਰ੍ਹਾਂ ਨਾਲ ਸਿੱਧ ਹੁੰਦਾ ਹੈ ਜੋ ਅਕਾਲ ਪੁਰਖ ਤੇ ਬਿਨਾ ਕਿਸੇ ਹੋਰ ਦੀ ਉਪਾਸ਼ਨਾ ਜਾਂ ਪੂਜਾ ਕਰਨੀ ਮਹਾ ਅਯੋਗ ਹੈ। ਇਸ ਤੇ ਅੱਗੇ ਜਦ 10ਵੇਂ ਗੁਰੂ ਜੀ ਮਹਾਰਾਜ ਨੇ ਅੰਤ ਦੇ ਸਮੇਂ ਪਰ ਵੀ ਖਾਲਸਾ ਨੂੰ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਪਕੜਾਇਆ ਔਰ ਇਸੇ ਨੂੰ ਗੁਰੂ ਮੰਨਣ ਦੀ ਆਗਿਆ ਦਿੱਤੀ, ਫਿਰ ਕਿਸ ਤਰ੍ਹਾਂ ਹੋ ਸਕਦਾ ਹੈ ਜੋ ਕਲਗੀਧਰ ਜੀ ਨੇ ਆਪ ਆਦਿ ਗ੍ਰੰਥ ਦੇ ਉਪਦੇਸ਼ਾਂ ਨੂੰ ਤੋੜ ਕੇ ਕਿਸੇ ਹੋਰ ਦਾ ਪੂਜਨ ਕੀਤਾ ਹੋਵੇ। ਇਸ ਵਾਸਤੇ ਖਾਲਸਾ ਨੂੰ ਗੁਰੂ ਮਹਾਰਾਜ ਪਰ ਕਦੇ ਵੀ ਅਜਿਹਾ ਅਛੇਪ ਲਗਾਉਣਾ ਯੋਗ ਨਹੀਂ ਹੈ। ਦੋਹਰਾ ਦਸਮ ਗ੍ਰੰਥ ਅਰਿਆਦ ਜੂ ਤੈ ਸਭ ਲਏ ਨਿਹਾਰ, ਕੈਸਾ ਭਰਮ ਨਿਵਾਰਤ ਕਹਿ ਪੂਜਨ ਕਰਤਾਰ। ਤਾਤੇ ਭਰਮ ਨਿਵਾਰ ਮਨ ਹੋ ਨਿਧੜਕ ਨ ਸੰਗ, ਨੇ ਦੇਵੀ ਭੂਤ ਪ੍ਰੇਤ ਤੇ ਭੁੱਲ ਨਾ ਤੂੰ ਵਰ ਮੰਗ। ਦੁਰਗਾ ਭਗਤ। ਦੋਹਰਾ ਮੈਂ ਸਭ ਤੇਰੇ ਸੁਣ ਲਏ, ਜੋ ਗੁਰਵਾਕ ਪ੍ਰਮਾਣ, ਪਰ ਇੱਕ ਹੋਰ ਪ੍ਰਮਾਣ ਮੈਂ ਤੈਨੂੰ ਕਰਾਂ ਬਖਾਨ। ਚੌਪਈ। ਜੈਸੇ ਗ੍ਰੰਥ ਪ੍ਰਮਾਣ ਪਿਆਰੇ, ਹੈ ਮਾਨਨ ਕਾ ਹਮ ਅਧਿਕਾਰੇ। ਤੈਸੇ ਲੋਕਕ ਜੋ ਪ੍ਰਮਾਨ, ਮਾਨਤ ਹੈ ਸਗਲੇ ਸੁਰ ਗਿਆਨ। ਤਾਤੇ ਸਗਲ ਲੋਗ ਯਹ ਗਾਵਤ, ਦਸਮ ਗੁਰੂ ਥੇ ਦੇਵੀ ਧਿਆਵਤ। ਬਾਲ ਬ੍ਰਿਧ ਅਰਜੁਆ ਬਤਾਵੇ, ਨਾਰੀ ਵੀ ਇਹ ਕਥਾ ਸੁਨਾਵੇ। ਤਾਤੇ ਜੋ ਪ੍ਰਸਿੱਧ ਕਹਾਣੀ, ਜੋ ਤਾਂ ਚਾਹੀ ਮੂਲ ਛਪਾਨੀ। यह प्रगट है जगत मझारे, सो कैसे हम देहंग निवारे। जानते जो सब लोग बतावें, साची बात वही हम पावें। ताते पूजन देवी किया, तिस्ते थो गुरजी वर लिया। तत् खालसा। दोहरा इस पर भी करना बने, रंचक मनै विचार। किन लोगन की बात है करन जोग इतबार। विद्वान अर सुगड़ जन कहे सर्वदा सत, तिन की बानी मानियो यही सुधन की मत। पुन मूर्ख प्रलाप को जे माने नर कोय, अपनी बुद्ध भी सगल बैठत है तब खोए। हुण मैं तैनू दसदा जो कुछ आखण लोग, फिर तू दसी उस विच सत कहाँ तक होग। दवैया। ਪਹਿਲੇ ਤਾਂ ਇਹ ਲੋਕ ਜਗਤ ਦੇ ਬਾਤਾਂ ਬੈਠ ਬਣਾਉਣ, ਰਾਤ ਸਮੇਂ ਬੈ ਕੋਠਿਆਂ ਉੱਪਰ ਬੱਚਿਆਂ ਨੂੰ ਸਮਝਾਉਣ। ਆਖਣ ਬੱਚਾ ਕਾਲੇ ਕਾਲੇ ਦਾਗ ਚੰਦ ਦੇ ਜਿਹੜੇ, ਮਾਏ ਚੰਦ ਦੀ ਚਰਖਾ ਕੱਤ ਦੀ, ਮਾਏ ਚੰਦ ਦੀ ਚਰਖਾ ਕੱਤ ਦੀ ਬੈਠੀ ਹੈ ਵਿੱਚ ਵੇੜੇ। ਸੁਣ ਸੁਣ ਮੁੰਡੇ ਰਾਜੀ ਹੁੰਦੇ, ਹਾਸਾ ਕੱਢਣ ਲੰਮਾ, ਨਾਲ ਹੱਥ ਦੇ ਕਰਨ ਇਸ਼ਾਰੇ ਉਹ ਚੰਦਰ ਦੀ ਅੰਮਾ। ਬੈਠੀ ਪਾਸ ਚੰਦ ਦੇ ਕੱਤੇ, ਚੰਦ ਰੋਟੀਆਂ ਖਾਂਦਾ। ਕੌਖਾਂ ਇਹ ਜੋ ਵੱਡਾ ਕਪੌੜਾ, ਕਿੱਥੋਂ ਲੋਕਾਂ ਆਂਦਾ। ਫਿਰ ਇੱਕ ਹੋਰ ਗੱਪ ਜੋ ਮਾਰੀ, ਵਿੱਚ ਪੁਰਾਣਾ ਪਹਾਰੀ। ਇਸੇ ਚੰਦ ਦੇ ਦਾਗਾਂ ਉੱਪਰ ਸੋਭੀ ਸੁਣ ਲੈ ਸਾਰੀ। ਆਖਣ ਇੱਕ ਦਿਨ ਇੰਦਰ ਨੇ ਸੀ ਸੂਰਜ ਨੂੰ ਫਰਮਾਇਆ, ਸਭ ਤੇ ਸੁੰਦਰ ਨਾਰੀ ਦਾ ਨਾਂ ਤੈਂ ਕੁਛ ਪਤਾ ਬਤਾਇਆ। सो तू दस कौन है ऐसी रूपवंती नारी, जिसके देखन ताई चाहे झबदे सूरत हमारी। इस पर सूरज ने सी आखिया, जद मैं चढ़दा राई, तेरा तेज सहारण नाही, सूखम बदन लुगाई। ताते जे है पता कढ़ना, तां तुम चंद बुलाओ, उसदे पासों सभी हाल ए बह के पास पुछाओ। क्यों जो उसदे चढ़ने वेले जितक मनोहर बामा, सुंदर सेज बिछाए सौंदियां अपने ऊपर धामा। इतना सुन के इंद्र ने सी मुड़ के चंद बुलाया, ਇਹੋ ਫਿਰ ਸੁਨੇਹਾ ਉਸਨੂੰ ਪਾਸ ਬਿਠਾਏ ਸੁਨਾਇਆ। ਜਿਸਨੂੰ ਸੁਣ ਕੇ ਕਹੀ ਚੰਦ ਨੇ, ਹੇ ਰਾਜਨ ਕੇ ਰਾਜਾ, ਗੌਤਮ ਰਿਖ ਦੀ ਨਾਰ ਅਹਲਿਆ, ਜੋ ਸਭ ਦੀ ਸਿਰ ਤਾਜਾ।
ਉਸਦੇ ਜੈਸੀ ਹੋਰ ਨ ਦੇਖੀ। ਮੈਂ ਹੈ ਸੁੰਦਰ ਨਾਰੀ, ਨਿਸ਼ਚੈ ਕਰ ਮੈਂ ਜਾਣ ਲਿਆ ਹੈ ਵੋ ਜੋਗ ਤੁਮਾਰੀ। ਤਦ ਇੰਦਰ ਨੇ ਪੁੱਛਿਆ ਉਸ ਤੇ, ਕਿੱਕੁਰ ਉਸ ਨੂੰ ਪਾਈਏ, ਅਰ ਕਿਸ ਵੇਲੇ ਸੁੰਨੇ ਘਰ ਵਿੱਚ ਪਾਸ ਉਸ ਦੇ ਜਾਈਏ। ਜਿਸ ਪਰ ਕਹੀ ਚੰਦ ਨੇ ਰਾਜਨ, ਉਹ ਰਖਵਰ ਵਡ ਗਿਆਨੀ, ਪਿਛਲੀ ਰਾਤ ਗੰਗ ਪਰ ਜਾਂਦਾ ਹੈ ਨਿਯਮੀ ਇਸ਼ਨਾਨੀ। ਪਰ ਉਸ ਪਾਸ ਰਹੇ ਇੱਕ ਮੁਰਗਾ, ਜਦੋਂ ਬਾਂਗੀ ਉਹ ਦੇਂਦਾ, ਸੁਣ ਕੇ ਰਖੀ ਜਾਨ ਦਿਨ ਚੜਿਆ ਗੰਗਾ ਰਸਤਾ ਲੈਂਦਾ। ਸੋ ਇਸ ਦਾ ਮੈਂ ਥੋੜੇ ਅੰਦਰ ਇਹੋ ਇਲਾਜ ਬਤਾऊं, ਹੋ ਕੇ ਮੁਰਗਾ ਪਹਿਲੀ ਰਾਤੇ ਕੁੱਕੜ ਕੂੰ ਕਰਵਾऊं। ਸੁਣ ਕੇ ਬਾਂਗ ਤੁਰਤ ਹੋ ਜਾਊ, ਖਾਲੀ ਘਰ ਦੇ ਮਾਹੀ, ਜਾਏ ਧਸੀ ਤੂੰ ਨਾਰ ਉਸ ਦੀ, ਅੱਗੋਂ ਬੋਲੂ ਨਾਹੀ। ਸੁਣ ਕੇ ਇੰਦਰ ਰਾਜੀ ਹੋਇਆ, ਇਹੋ ਮਤਾ ਪਕਾਇਆ, ਮੁਰਗਾ ਹੋ ਕੇ ਚੰਦ ਤਦੋਂ ਘਰ ਗੌਤਮ ਜੀ ਦੇ ਆਇਆ। ਦਿੱਤੀ ਬਾਂਗ ਕੁਬੇਲੇ ਉਸਨੇ, ਸੁਣ ਕੇ ਰਿਖੀ ਵਿਚਾਰਾ, ਨਹਾਵਣ ਨੂੰ ਤੁਰ ਗਿਆ ਸਤਾਬੀ, ਘਰ ਤੇ ਕਰਾ ਕਿਨਾਰਾ। ਉਸੇ ਵੇਲੇ ਇੰਦਰ ਨੇ ਆਪਣਾ ਦਾਉ ਲਗਾਇਆ, ਨਾ ਰਿਖੀ ਦੀ ਕੱਲੀ ਪਾ ਕੇ ਆਪਣਾ ਮਨ ਪਰਚਾਇਆ। ਪਰ ਉਧਰ ਜਦ ਰਿਖ ਨੇ ਜਾ ਕੇ ਗੰਗਾ ਮੈਂ ਹੱਥ ਡਾਰਾ, ਬੋਲੀ ਗੰਗਾ ਕੌਣ ਅਹੇ ਤੂੰ ਪਾਪੀ ਲੋਗ ਨਕਾਰਾ। ਮੈਂ ਤਾਂ ਨਗਰ ਪਈ ਸਾਂ ਸੁੱਤੀ, ਤੈਹਾਂ ਆਨ ਜਗਾਈ, 10 ਸ਼ਤਾਬ ਸ਼ਰਾਬ ਨਾਲ ਮੈਂ ਦੇਸਾਂ ਹੁਣੇ ਜਲਾਈ। ਹੱਥ ਜੋੜ ਕੇ ਕਹੀ ਰਿਖੀ ਨੇ, ਮੈਂ ਗੌਤਮ ਹਾਂ ਮਾਈ, ਇਸੇ ਵੇਲੇ ਨਿਤ ਆਵਦਾ ਮੇਰਾ ਦੋਸ਼ ਨਰਾਈ। ਸੁਣਦੇ ਸਾਰ ਕਹੀ ਤਦ ਗੰਗਾ, ਝਬਦੇ ਘਰ ਨੂੰ ਦੌੜੋ, ਘਰ ਵਿੱਚ ਚੋਰ ਲੱਗਾ ਹੈ ਤੇਰੇ, ਹੇਤ ਅਹਲਿਆ ਚੌੜੋ। ਅਧਨਾਤਾ ਹੀ ਪਿਛਲੇ ਪੈਰੀ ਜਦੋਂ ਨੱਚ ਕਰ ਆਇਆ, ਨਾਮ ਅੰਜਨੀ ਆਪਣੀ ਬੇਟੀ ਬੂਹੇ ਬੈਠੀ ਪਾਇਆ। ਜਿਸ ਨੂੰ ਕਿਹਾ ਕੌਣ ਹੈ ਅੰਦਰ, ਤਬ ਸ਼ਤਾਬ ਪੁਕਾਰਾ, ਅੱਗੋਂ ਲੜਕੀ ਆਖਣ ਲੱਗੀ ਅੰਦਰ ਅਹੇ ਮਝਾਰਾ। ਇਸ ਪਦ ਦਾ ਜਦ ਅਰਥ ਰਿਖੀ ਮਨ ਸੋਚਣ ਲੱਗਾ ਵਿਚਾਰਾ, ਬਿੱਲੀ ਹੈ ਜਾਂ ਚੋਰ ਕਿਦੋਂ, ਇਹ ਦੱਸੇ ਮਾਂ ਦਾ ਯਾਰਾ। ਇਤਨੇ ਅਰਸੇ ਵਿੱਚ ਅੰਦਰੋਂ ਇੰਦਰ ਸਮਾ ਤਕਾਇਆ, ਮਾਰ ਛਾਲਿਓ ਸਵਰਗਪੁਰੀ ਨੂੰ ਉਸੇ ਵਕਤ ਸਿਧਾਇਆ। ਪਰ ਪਹਿਚਾਨ ਲਿਆ ਰਿਖ ਗੌਤਮ, ਦਿੱਤਾ ਸ਼ਰਾਬ ਅਜਿਹਾ, ਸਹਿਜ ਹਜ਼ਾਰ ਪਈ ਭਗ ਪਿੰਡੇ, ਕੋੜ ਹਮੇਸ਼ਾ ਰਿਹਾ। ਫਿਰ ਲੜਕੀ ਨੂੰ ਕਿਹਾ ਪਾਪਣੀ, ਤੈਂ ਨਾ ਸੱਚ ਬਤਾਇਆ, ਕੁਆਰੀ ਬੱਚਾ ਪੈਦਾ ਕਰਸੇ ਇਹੋ ਸ਼ਰਾਬ ਸੁਨਾਇਆ। ਫਿਰ ਨਾਰੀ ਨੂੰ ਪੱਥਰ ਕੀਤਾ, ਜਦ ਦੁਰਸੀਸ ਸੁਨਾਈ, ਓੜ ਕੁਵਾਰੀ ਚੰਦ ਮੁਰਗ ਦੀ ਉਸੇ ਵੇਲੇ ਆਈ। ਲੱਗਾ ਉੱਡਣ ਚੰਦ ਜਦ ਉਥੋਂ, ਤਦ ਰੇਖ ਲੈ ਮ੍ਰਿਗ ਛਾਲਾ, ਮਾਰੀ ਚਾਂਦੇ ਦੇਖ ਪੁੱਠੀ, ਜਿੱਧਰ ਸੀ ਰੰਗ ਕਾਲਾ। ਉਹ ਦਾਗ ਲੱਗੇ ਹਨ ਇਸ ਨੂੰ ਅੱਜ ਤੀਕ ਦਿਸ ਆਵਣ, ਇਹ ਕਲੰਕ ਚੰਦ ਨੂੰ ਤਦਦਾ ਲੋਕ ਪੁਰਾਣੀ ਗਾਉਣ। ਹੁਣ ਤੂੰ ਸੋਚ ਹਿਰਦੇ ਵਿੱਚ ਆਪਣੇ, ਕਿਆ ਇਹ ਸਭੋ ਕਹਾਣੀ ਹੈ ਸੱਚੀ ਜਾਂ ਰਚੀ ਬਨਾਵਟ, ਜੋ ਹਨ ਲੋਕ ਤੁਹਾਨੀ। ਫਿਰ ਆਖਣ ਜਦ ਗ੍ਰਹਿਣ ਲੱਗਦਾ, ਤਾਂ ਕਰ ਜਾਈ ਮਾਰਨ, ਆਪਣੀ ਅੰਮਾ ਦਾ ਜੋ ਕਰਜ਼ਾ ਚੰਦਰ ਸੂਰਜ ਉਤਾਰਨ। ਕਿਆ ਇਹ ਗੱਲਾਂ ਜੋ ਹਨ ਲੋਕਾਂ ਰਚੀਆਂ, ਚਾ ਮਨ ਘੜੀਆਂ, ਵਿੱਚ ਗ੍ਰੰਥਾਂ ਖੂਬ ਸਜਾ ਕੇ ਹੀਰੇ ਵਾਂਗਰ ਜੜੀਆਂ। ਮੰਨੇ ਸੱਚ ਇਹਨਾਂ ਨੂੰ ਜੇਕਰ, ਤਾਂ ਉਹ ਵੀ ਸੱਚ ਹੋਊ, ਜਿਸ ਨੂੰ ਸੁਣ ਕੇ ਬੁੱਧੀਮਾਨ ਜਨ ਨਾ ਆਪਣੀ ਪਤ ਖੋਊ। ਫਿਰ ਇੱਕ ਆਖਣ ਹੋਰ ਬਾਤ ਜੋ ਪੜ ਕੇ ਆਵੇ ਹਾਸੀ, ਦੱਸਣ ਧਰਤੀ ਹੇਠ ਬੈਲ ਇੱਕ ਖੜਾ ਨਾ ਹੋਏ ਖਲਾਸੀ। ਜਿਸ ਨੇ ਸਿੰਘਾਂ ਉੱਪਰ ਚੁੱਕੀ ਇਹ ਸਾਰੀ ਹੈ ਧਰਤੀ, ਇਸ ਬਾਤ ਪਰ ਨਿਸ਼ਚਾ ਆਪਣਾ ਸਾਰੀ ਲੋਕੀ ਕਰਤੀ। ਆਖਣ ਜਦੋਂ ਇੱਕ ਸਿੰਘ ਤੇ ਦੂਜੇ ਉੱਪਰ ਕਰਦਾ, ਤਦੋਂ ਭੁਚਾਲ ਆਮਦਾ ਭਾਰੀ, ਦੇਖ ਜਿਸੇ ਨਾ ਮਨ ਡਰਦਾ। ਦੱਸ ਭਲਾ ਇਹ ਗੱਲਾਂ ਪਿਆਰੇ ਕਦੋਂ ਸੱਚ ਹਨ ਸਾਰੀ, ਜੋ ਲੋਕਾਂ ਨੇ ਕਥਾ ਬਣਾਈਆਂ ਵਿੱਚ ਪੁਰਾਣਾ ਭਾਰੀ। ਤਾਤੇ ਲੋਕ ਪ੍ਰਮਾਣਾ ਉੱਪਰ ਐਵੇਂ ਭੁੱਲ ਨਾ ਜਾਈ, ਜਿਨ ਪਰ ਹੋ ਮਤ ਵਾਲਾ ਇਤਨਾ ਦੋਖ ਗੁਰੂ ਪਰ ਲਾਈ। ਸੱਚੀ ਬਾਤ ਉਹ ਹੈ ਭਾਈ, ਜੋ ਇਹ ਸਿਆਣੇ ਦੱਸਣ, ਹੋਰ ਮੂਰਖਾਂ ਦੇ ਜੋ ਢੰਗੇ, ਸੁਣ ਕੇ ਮੂਰਖ ਹੱਸਣ। ਜੈਸੀ ਇਹ ਬਾਤਾਂ ਹਨ ਭਾਈ ਨਿਰੀ ਪੁਰੀ ਬਕਵਾਸਾ, ਤੈਸੇ ਗੁਰ ਪਰ ਦੁਰਗਾ ਪੂਜਣ ਮੰਨਣ ਕਰ ਪ੍ਰਵਾਸਾ।
ਇਹ ਵੀ ਇਹੋ ਜਿਹਾ ਲੋਕਾਂ ਮਨ ਘੜਤੀ ਲਿਖ ਮਾਰੀ, ਅਰ ਬੇਸਮਝ ਅਗਿਆਨੀ ਇਸ ਪਰ ਹੋ ਬੈਠੇ ਇਤਬਾਰੀ। ਸੋ ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।